ਪਿਆਰੇ ਵਿਦਿਆਰਥੀਓ, ਸ਼੍ਰੇਣੀ 9ਵੀਂ ਦੀ ਸਮਾਜਿਕ ਵਿਗਿਆਨ ਦੀ ਹਫ਼ਤਾਵਾਰ ਅਭਿਆਸ ਸੀਟ 9ਵੀਂ ਨੂੰ ਆਪਾਂ ਅੱਜ ਸੋਲਵ ਕਰਦੇ ਹਾਂ। ਇਸ ਦੇ ਜਿਹੜੇ ਸਵਾਲ ਨੇ ਲੜੀਵਾਰ ਉਹਨਾਂ ਨੂੰ ਸੋਲਵ ਕਰਦੇ ਹਾਂ ਅਤੇ ਇਹਨਾਂ ਨੇ ਤੁਹਾਨੂੰ ਕੰਪੀਟੈਂਸੀ ਵੀ ਦਿੱਤੀਆਂ ਹੋਈਆਂ ਨੇ ਮਿਡਲ ਕਲਾਸ ਦੀਆਂ। ਤਾਂ ਪਹਿਲਾ ਸਵਾਲ ਇਹਦੇ ਵਿੱਚ ਦੇਖੋ, ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ? ਵੱਧ ਤੋਂ ਵੱਧ ਧਨ ਇਕੱਠਾ ਕਰਨਾ। ਤਾਂ ਇਸੇ ਤਰ੍ਹਾਂ 1793 ਈਸਵੀ ਦੇ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ, ਬਿਹਾਰ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਇੱਕ ਸਿਸਟਮ ਸ਼ੁਰੂ ਕੀਤਾ ਸੀ, ਲੰਗਾਨ ਪ੍ਰਣਾਲੀ। ਤਾਂ ਕਿਹੜਾ ਬੰਦੋਬਸਤ ਸੀ? ਪਹਿਲਾ ਆਪਸ਼ਨ ਸਹੀ, ਸਥਾਈ ਬੰਦੋਬਸਤ। ਲਾਰਡ ਕਾਰਨਵਾਲਿਸ ਨੇ 1793 ਈਸਵੀ ਦੇ ਵਿੱਚ ਸਥਾਈ ਬੰਦੋਬਸਤ ਸ਼ੁਰੂ ਕੀਤਾ ਸੀ। ਦੂਸਰਾ ਸਵਾਲ, ਪਹਿਲਾ ਨਗਰੀਕਰਨ ਕਾਲ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਹੋਇਆ, ਕਿਉਂਕਿ ਸਿੰਧ ਘਾਟੀ ਦੀ ਸੱਭਿਅਤਾ ਸ਼ਹਿਰੀ ਸੱਭਿਅਤਾ ਸੀ। ਇਸੇ ਤਰ੍ਹਾਂ ਦੂਸਰਾ ਨਗਰੀਕਰਨ ਕਾਲ 600 ਈਸਵੀ ਪੂਰਵ ਤੋਂ ਲੈ ਕੇ 400 ਈਸਵੀ ਪੂਰਵ ਤੱਕ ਮੰਨਿਆ ਜਾਂਦਾ ਹੈ। ਤਾਂ ਉਸ ਸਮੇਂ ਜਿਹੜੇ ਵੱਡੇ ਵੱਡੇ ਸ਼ਹਿਰ ਸਥਾਪਿਤ ਹੋਏ ਸੀ, ਜਿਨ੍ਹਾਂ ਨੂੰ ਪੁਰ, ਨਗਰ ਜਾਂ ਮਹਾਨਗਰ ਕਿਹਾ ਜਾਂਦਾ ਸੀ। ਹੇਠ ਲਿਖਿਆ ਵਿੱਚ ਉਸ ਕਾਲ ਦੇ ਪ੍ਰਸਿੱਧ ਨਗਰ ਦਾ ਨਾਮ ਤੁਸੀਂ ਦੱਸ ਸਕਦੇ ਹੋ। ਚੌਥੀ ਆਪਸ਼ਨ ਉਪਰੋਕਤ ਸਾਰੇ। ਤਾਂ ਇਸ ਕਾਲ ਦੇ ਵਿੱਚ ਵਾਰਾਣਸੀ, ਰਾਜਗ੍ਰਹਿ ਅਤੇ ਵਿਸ਼ਾਲੀ ਵਰਗੇ ਨਗਰ ਨੇ ਜਿਹੜੇ ਸਥਾਪਿਤ ਹੋਏ। ਆਪਸ਼ਨ ਫੋਰਥ ਬਿਲਕੁਲ ਸਹੀ। ਤੀਸਰੇ ਸਵਾਲ ਦੇ ਵਿੱਚ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਇਮਾਰਤ ਨੂੰ ਬਾਮਨੀ ਰਾਜਕਾਲ ਦੇ ਰਾਜਾ ਦੁਆਰਾ ਬਣਾਇਆ ਗਿਆ ਸੀ। ਤੀਸਰੀ ਆਪਸ਼ਨ ਚਾਰ ਮੀਨਾਰ ਬਿਲਕੁਲ ਸਹੀ ਹੈ। ਇਹ ਚਾਰ ਮੀਨਾਰ ਆ ਜਿਹੜੀ ਹੈਦਰਾਬਾਦ ਦੇ ਵਿੱਚ ਅੱਜ ਵੀ ਸਥਿਤ ਹੈ, ਚਾਰ ਮੀਨਾਰ। ਚੌਥਾ ਸਵਾਲ, ਗੁਰਨਾਜ ਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਅੰਗਰੇਜ਼ਾਂ ਦੀ ਭਾਰਤ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਦੇਣ ਹੈ ਕਿ ਉਹਨਾਂ ਨੇ ਭਾਰਤ ਵਿੱਚ ਨਿਆਂ ਵਿਵਸਥਾ ਕਾਇਮ ਕੀਤੀ। ਬਿਲਕੁਲ ਸਹੀ। ਉਹਨਾਂ ਨੇ ਲਿਖਤੀ ਕਾਨੂੰਨ ਬਣਾਏ। 1773 ਈਸਵੀ ਦੇ ਵਿੱਚ ਰੈਗੂਲੇਟਿੰਗ ਐਕਟ ਅਨੁਸਾਰ ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ। ਅੰਗਰੇਜ਼ਾਂ ਸਮੇਂ ਇਹ ਸਰਵਉੱਚ ਅਦਾਲਤ ਸਭ ਤੋਂ ਪਹਿਲਾਂ ਕਿੱਥੇ ਸਥਾਪਿਤ ਕੀਤੀ ਗਈ ਸੀ? ਦੂਸਰੀ ਆਪਸ਼ਨ ਕਲਕੱਤਾ ਦੇ ਵਿੱਚ। ਤਾਂ 1773 ਈਸਵੀ ਦੇ ਰੈਗੂਲੇਟਿੰਗ ਐਕਟ ਦੇ ਅਨੁਸਾਰ ਇਹ ਸਰਵਉੱਚ ਅਦਾਲਤ ਭਾਰਤ ਦੀ ਕਲਕੱਤਾ ਦੇ ਵਿੱਚ ਸਥਾਪਿਤ ਕੀਤੀ ਗਈ ਅੰਗਰੇਜ਼ਾਂ ਦੁਆਰਾ। ਪੰਜਵਾਂ ਸਵਾਲ ਨਕਸ਼ੇ ਦੇ ਉੱਪਰ ਆ। ਭਾਰਤ ਦੇ ਮੈਪ ਦੇ ਉੱਪਰ ਇੱਕ ਨਦੀ ਆ ਅਤੇ ਇਸ ਨਦੀ ਦਾ ਤੁਸੀਂ ਨਾਮ ਦੱਸਣਾ, ਅਤੇ ਇਹ ਨਦੀ ਹੈਗੀ ਆ ਨਰਮਦਾ। ਛੇਵਾਂ ਸਵਾਲ, ਸਹੀ ਕਥਨ ਕਿਹੜੇ ਕਿਹੜੇ ਹਨ? ਜਿਉਂ ਜਿਉਂ ਅਸੀਂ ਉਚਾਈ ਵੱਲ ਜਾਂਦੇ ਹਾਂ ਤਾਪਮਾਨ ਵੱਧਦਾ ਜਾਂਦਾ ਹੈ, ਗਲਤ। ਉੱਪਰ ਜਾਣ ਨਾਲ ਤਾਪਮਾਨ ਆ ਜਿਹੜਾ ਘਟਦਾ। ਕਿਸੇ ਸਥਾਨ ਦੇ ਤਾਪਮਾਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉੱਥੇ ਸੂਰਜ ਦੀ ਰੌਸ਼ਨੀ ਦਾ ਸੂਰਜੀ ਤਾਪ ਪ੍ਰਾਪਤ ਹੁੰਦਾ ਹੈ। ਕਿੰਨਾ ਸੂਰਜੀ ਤਾਪ ਪ੍ਰਾਪਤ ਹੁੰਦਾ? ਬਿਲਕੁਲ ਸਹੀ। ਇਸ ਲਈ ਇਹਦਾ ਫੋਰਥ ਕਥਨ ਬਿਲਕੁਲ ਸਹੀ ਹੈ। ਕਥਨ ਮਤਲਬ ਪਹਿਲੀ ਸਟੇਟਮੈਂਟ ਗਲਤ, ਦੂਸਰੀ ਸਹੀ ਹੈ। ਆਪਸ਼ਨ ਫੋਰਥ ਬਿਲਕੁਲ ਸਹੀ। ਸੱਤਵਾਂ ਸਵਾਲ, ਸੰਦੀਪ ਦੇ ਪਿਤਾ ਜੀ ਉਸ ਨੂੰ ਦੱਸ ਰਹੇ ਹਨ ਕਿ ਸਮੁੰਦਰ ਦਾ ਪਾਣੀ ਅਸੀਂ ਸਿੱਧੇ ਤੌਰ 'ਤੇ ਪੀ ਨਹੀਂ ਸਕਦੇ। ਕਿਉਂ ਨਹੀਂ ਪੀ ਸਕਦੇ? ਕਿਉਂਕਿ ਦੂਸਰੀ ਆਪਸ਼ਨ ਇਸ ਵਿੱਚ ਅਸ਼ੁੱਧੀ ਅਤੇ ਲੂਣ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਅਸੀਂ ਇਸ ਨੂੰ ਪੀ ਨਹੀਂ ਸਕਦੇ। ਦੂਸਰੀ ਆਪਸ਼ਨ ਬਿਲਕੁਲ ਸਹੀ। ਤਾਂ ਇੰਡੀਆ ਦੇ ਮੈਪ ਦੇ ਵਿੱਚ ਛਾਇਆਦਾਰ ਸਟੇਟਸ ਦਿਖਾਈਆਂ ਗਈਆਂ ਨੇ। ਪਹਾੜੀ ਰਾਜ, ਕਿਸ ਕਿਸਮ ਦੀ ਮਿੱਟੀ ਇੱਥੇ ਮਿਲਦੀ ਆ? ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਤਾਂ ਇੱਥੇ ਆ ਜਿਹੜੀ ਪਰਬਤੀ ਮਿੱਟੀ ਪਾਈ ਜਾਂਦੀ ਹੈ। ਬਿਲਕੁਲ ਸਹੀ। ਇਸ ਤੋਂ ਅੱਗੇ 9ਵਾਂ ਸਵਾਲ ਦੇਖੋ, ਗੁਰਦੀਪ ਦੇ ਪਿਤਾ ਜੀ ਉਸ ਨੂੰ ਦੱਸਿਆ ਕਿ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਉਹ ਅਸਾਮ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਨ। ਅਸਾਮ ਦੇ ਵਿੱਚ ਚਾਹ ਦੀ ਖੇਤੀ ਕਰਦੇ ਸਨ, ਪਰੰਤੂ ਪੰਜਾਬ ਵਿੱਚ ਉਹ ਕਣਕ ਦੀ ਖੇਤੀ ਕਰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਦੋਵਾਂ ਖੇਤਰਾਂ ਵਿੱਚ ਅਲੱਗ ਅਲੱਗ ਫਸਲਾਂ ਲਾਉਣ ਪਿੱਛੇ ਕੀ ਕਾਰਨ ਹੈ? ਤਾਂ ਉਪਰੋਕਤ ਸਾਰੇ ਫੈਕਟਰ ਇਸ ਨੂੰ ਪ੍ਰਭਾਵਿਤ ਕਰਦੇ ਨੇ, ਕਿਉਂਕਿ ਵੱਖਰਾ ਜਲਵਾਯੂ ਆ, ਵੱਖਰਾ ਧਰਾਤਲ ਆ, ਵੱਖਰੀ ਕਿਸਮ ਦੀ ਮਿੱਟੀ ਹੈ। ਇਹ ਸਾਰੇ ਫੈਕਟਰ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਹਨ। ਤਾਂ ਆਪਸ਼ਨ ਫੋਰਥ ਬਿਲਕੁਲ ਸਹੀ ਹੈ।
10ਵਾਂ ਸਵਾਲ, ਹਵਾਈ ਜਹਾਜ਼ ਸਮਤਾਪ ਮੰਡਲ ਵਿੱਚ ਉੱਡਦੇ ਹਨ, ਇਸ ਦਾ ਕਾਰਨ ਕੀ ਹੋ ਸਕਦਾ ਹੈ? ਤਾਂ ਅਸ਼ਾਂਤ ਮੰਡਲ ਤੋਂ ਬਾਅਦ ਦੂਸਰਾ ਮੰਡਲ ਆ ਜਿਹੜਾ ਸਮਤਾਪ ਮੰਡਲ, ਟ੍ਰੋਪੋਸਫੀਅਰ। ਇੱਥੇ ਹਵਾਈ ਜਹਾਜ਼ ਕਿਉਂ ਉੱਡਦੇ ਨੇ? ਕਿਉਂਕਿ ਇਸ ਮੰਡਲ ਵਿੱਚ ਤਾਪਮਾਨ ਬਰਾਬਰ ਰਹਿੰਦਾ ਹੈ ਅਤੇ ਬੱਦਲਾਂ ਦੀ ਅਣਹੋਂਦ ਕਾਰਨ ਆਕਾਸ਼ ਸਾਫ਼ ਰਹਿੰਦਾ ਹੈ। ਬਿਲਕੁਲ ਸਹੀ। ਸਮਤਾਪ ਮੰਡਲ ਦੇ ਵਿੱਚ ਤਾਪਮਾਨ ਬਰਾਬਰ ਰਹਿੰਦਾ ਅਤੇ ਬੱਦਲ ਵੀ ਇੱਥੇ ਨਹੀਂ ਹੁੰਦੇ, ਆਕਾਸ਼ ਬਿਲਕੁਲ ਸਾਫ਼ ਰਹਿੰਦਾ, ਇਸ ਲਈ ਹਵਾਈ ਜਹਾਜ਼ ਸਮਤਾਪ ਮੰਡਲ ਦੇ ਵਿੱਚ ਉੱਡਦੇ ਨੇ। ਆਪਸ਼ਨ ਸੈਕਿੰਡ ਬਿਲਕੁਲ ਸਹੀ। 11ਵਾਂ ਸਵਾਲ, ਹੇਠ ਲਿਖਿਆਂ ਵਿੱਚ ਕਿਹੜਾ ਕਥਨ ਸਹੀ ਹੈ? ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ। ਬਿਲਕੁਲ ਸਹੀ। ਸਾਨੂੰ ਸਾਧਨਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਬਿਲਕੁਲ ਸਹੀ। ਕਥਨ ਪਹਿਲਾ ਬਿਲਕੁਲ ਸਹੀ ਹੈ। ਦੋਨੇ ਕਥਨ ਸਹੀ ਹਨ। 12ਵਾਂ ਸਵਾਲ, ਭਾਰਤ ਦੇ ਨਕਸ਼ੇ ਦੇ ਵਿੱਚ ਤੁਹਾਨੂੰ ਛਾਇਆਦਾਰ ਸਟੇਟਸ ਦਿਖਾਈਆਂ ਗਈਆਂ ਨੇ, ਤਾਂ ਇੱਥੇ ਜਿਹੜਾ ਹੈਗਾ ਇੱਕ ਖਣਿਜ ਪਦਾਰਥ ਪਾਇਆ ਜਾਂਦਾ ਜਿਹੜਾ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ, ਮਤਲਬ ਇਸ ਤੋਂ ਬਿਨਾਂ ਲੋਹਾ ਅਤੇ ਸਟੀਲ ਨਹੀਂ ਬਣ ਸਕਦਾ। ਇਸ ਖੇਤਰ ਦੀ ਪਹਿਚਾਣ ਕਰੋ ਅਤੇ ਖਣਿਜ ਪਦਾਰਥ ਦਾ ਨਾਮ ਦੱਸੋ। ਤਾਂ ਆਪਸ਼ਨ 1 ਮੈਗਨੀਜ਼। ਤਾਂ ਮੈਗਨੀਜ਼ ਨੂੰ ਲੋਹਾ ਅਤੇ ਸਟੀਲ ਵਿੱਚ ਮਿਲਾਇਆ ਜਾਂਦਾ ਲੋਹਾ ਅਤੇ ਸਟੀਲ ਬਣਾਉਣ ਦੇ ਲਈ, ਮੈਗਨੀਜ਼। ਤਾਂ ਇਹਨਾਂ ਖੇਤਰਾਂ ਦੇ ਵਿੱਚ ਮੈਗਨੀਜ਼ ਭਾਰਤ ਦੇ ਵਿੱਚ ਪਾਇਆ ਜਾਂਦਾ। ਤਾਂ ਪੈਰੇ ਦੇ ਵਿੱਚ ਸਵਾਲ ਨੇ ਕਣਕ ਬਾਰੇ, ਅਤੇ ਇਸ ਦੇ ਵਿੱਚੋਂ 13ਵਾਂ ਸਵਾਲ ਦੇਖੋ, ਭਾਰਤ ਦੇ ਕਿਹੜੇ ਖੇਤਰ ਨੂੰ ਕਣਕ ਦੇ ਉਤਪਾਦਕ ਕਾਰਨ ਭਾਰਤ ਦਾ ਅਨਾਜ ਭੰਡਾਰ ਕਿਹਾ ਜਾਂਦਾ ਹੈ? ਤੀਸਰੀ ਆਪਸ਼ਨ ਬਿਲਕੁਲ ਸਹੀ ਆ, ਉੱਤਰੀ ਭਾਰਤ। ਉੱਤਰੀ ਭਾਰਤ ਦੀ ਜਿਹੜੀਆਂ ਸਟੇਟਸ ਨੇ ਤਾਂ ਇੱਥੇ ਜ਼ਿਆਦਾ ਜਿਹੜਾ ਹੈਗਾ ਕਣਕ ਪੈਦਾ ਕੀਤੀ ਜਾਂਦੀ ਆ, ਇਸ ਲਈ ਉੱਤਰੀ ਭਾਰਤ ਨੂੰ ਅਨਾਜ ਦਾ ਭੰਡਾਰ ਕਿਹਾ ਜਾਂਦਾ। ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਇਹਦੇ ਵਿੱਚ ਆਉਂਦੇ ਨੇ। 14ਵਾਂ ਸਵਾਲ, ਭਾਰਤ ਵਿੱਚ ਕਣਕ ਦੀ ਖੇਤੀ ਕਰਨ ਦਾ ਸਭ ਤੋਂ ਵਧੀਆ ਮੌਸਮ ਕਿਹੜਾ ਹੈ? ਤਾਂ ਭਾਰਤ ਦੇ ਵਿੱਚ ਆ ਜਿਹੜੀ ਸਰਦੀਆਂ ਦੀ ਰੁੱਤ ਦੇ ਵਿੱਚ ਆ ਜਿਹੜੀ ਕਣਕ ਬੀਜੀ ਜਾਂਦੀ ਆ। ਆਪਸ਼ਨ ਸੈਕਿੰਡ ਬਿਲਕੁਲ ਸਹੀ। ਹੇਠ ਲਿਖੇ ਕਿਹੜੇ ਸਾਲ ਵਿੱਚ ਹਰੀ ਕ੍ਰਾਂਤੀ ਨੇ ਭਾਰਤ ਵਿੱਚ ਕਣਕ ਦੇ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕੀਤਾ? ਤਾਂ ਹਰੀ ਕ੍ਰਾਂਤੀ ਭਾਰਤ ਦੇ ਵਿੱਚ 1966-67 ਦੇ ਵਿੱਚ ਆਈ, ਤਾਂ ਇਸੇ ਸਾਲ ਕਣਕ ਦੇ ਉਤਪਾਦਨ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਸਾਨੂੰ ਦੇਖਣ ਨੂੰ ਮਿਲਿਆ। ਧੰਨਵਾਦ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।